ਵੈਲਕਮ ਬੈਕ। ਮੈਂ ਮਨਵੀਰ ਕੌਰ। ਪੰਜਾਬ ਦੇ ਪੋਲੀਟੀਕਲ ਇਕੋਸਿਸਟਮ ਦੇ ਵਿੱਚ ਕਿੰਨੀਆਂ ਔਰਤਾਂ ਆਪਣੀ ਜਗ੍ਹਾ ਬਣਾ ਪਾਈਆਂ, ਮਤਲਬ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੋਕਤੰਤਰੀ ਢੰਗ ਦੇ ਨਾਲ ਚੁਣ ਕੇ ਕਿੰਨੀਆਂ ਔਰਤਾਂ ਐਮਐਲਏ ਬਣ ਕੇ ਪਹੁੰਚ ਸਕੀਆਂ ਜਾਂ ਕਿੰਨੀਆਂ ਔਰਤਾਂ ਚੋਣਾਂ ਦੇ ਵਿੱਚ ਚੁਣਾਵੀ ਮੈਦਾਨ ਦੇ ਵਿੱਚ ਉਤਰੀਆਂ, ਉਹਦੇ ਤੇ ਗੱਲਬਾਤ ਕਰਨ ਦੇ ਲਈ ਇਹ ਵੀਡੀਓ ਰਿਪੋਰਟ ਤੁਹਾਡੇ ਲਈ ਹੈ। ਇਸ ਵਿਸ਼ੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਹਾਲਾਂਕਿ ਜਿਹੜੀ ਪੋਲੀਟਿਕਸ ਹੈ, ਜਿਹੜੀ ਰਾਜਨੀਤੀ ਹੈ, ਜਿਹੜੀ ਗਵਰਨਮੈਂਟ ਸਰਕਾਰ ਬਣਦੀ ਹੈ, ਉਹਦੇ ਵਿੱਚ ਕੋਈ ਵੀ ਜੈਂਡਰ ਬਾਇਸ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਐਮਐਲਏ ਇੱਕ ਪਾਰਟੀਕੂਲਰ ਵਰਗ ਦਾ ਹੋਵੇ ਜਾਂ ਕਿਸੇ ਖਾਸ ਧਰਮ ਦਾ ਹੋਵੇ ਜਾਂ ਔਰਤ ਹੋਵੇ ਜਾਂ ਮਰਦ ਹੋਵੇ। ਇਹਦੇ ਵਿੱਚ ਇਹ ਚੀਜ਼ ਮੈਟਰ ਨਹੀਂ ਕਰਨੀ ਚਾਹੀਦੀ। ਲੀਡਰਸ਼ਿਪ ਕੁਆਲਿਟੀ ਓਨਲੀ ਐਂਡ ਓਨਲੀ ਮੈਟਰ ਹੋਣੀ ਚਾਹੀਦੀ ਹੈ। ਬਟ ਮੈਂ ਇਸ ਵੀਡੀਓ ਦੇ ਵਿੱਚ ਇੱਕ ਡਾਟਾ ਤੁਹਾਡੇ ਨਾਲ ਸ਼ੇਅਰ ਕਰਾਂਗੀ। ਉਸ ਡਾਟਾ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਵੱਡਾ ਪਾੜਾ ਹੈ ਮਰਦਾਂ ਦੀ ਸ਼ਮੂਲੀਅਤ ਰਾਜਨੀਤੀ ਦੇ ਵਿੱਚ ਔਰ ਔਰਤਾਂ ਦਾ ਨੰਬਰ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਪਾੜਾ ਹੈ। ਉਸ ਪਾੜੇ ਕਰਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੈਂਡਰ ਬਾਇਸ ਜਾਂ ਕਿਸੇ ਨਾ ਕਿਸੇ ਤਰ੍ਹਾਂ ਨਾ ਬਰਾਬਰਤਾ ਔਰਤ ਔਰ ਮਰਦ ਦੀ ਰਾਜਨੀਤਿਕ ਸ਼ਮੂਲੀਅਤ ਦੇ ਵਿੱਚ ਬਹੁਤ ਜ਼ਿਆਦਾ, ਔਰ ਇਸ ਤੇ ਗੱਲਬਾਤ ਕੰਟੀਨਿਊਅਸ ਹੋਣੀ ਚਾਹੀਦੀ ਹੈ। ਇਸੇ ਕਰਕੇ ਐਵਰੀ ਵੈਨਸਡੇ ਸੋਸ਼ਲ ਪੋਸਟ ਬਾਈ ਮਨਵੀਰ ਕੌਰ ਮੈਂ ਇੱਕ ਵੀਡੀਓ ਹਰ ਬੁੱਧਵਾਰ ਨੂੰ ਤੁਹਾਡੇ ਲਈ ਲੈ ਕੇ ਆਇਆ ਕਰਾਂਗੀ ਔਨ women in politics and women issues। 1957 ਤੋਂ 2017 ਦੀਆਂ ਚੋਣਾਂ ਤੱਕ 15 ਚੋਣਾਂ ਪੰਜਾਬ ਦੇ ਵਿੱਚ ਹੋਈਆਂ। ਇਹਦੇ ਵਿੱਚ 513 ਔਰਤਾਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੀਆਂ। ਉਹਨਾਂ ਦੇ ਵਿੱਚੋਂ 89 ਔਰਤਾਂ ਜਿੱਤਦੀਆਂ ਨੇ, 99 ਔਰਤਾਂ ਜਿੱਤ ਕੇ ਐਮਐਲਏ ਬਣਦੀਆਂ ਨੇ। ਇਸੇ ਔਰਤਾਂ ਦਾ ਨੰਬਰ, ਮਰਦਾਂ ਦਾ ਨੰਬਰ ਇਹਦੇ ਵਿੱਚ ਕਿੰਨਾ ਹੈ ਕਿ ਮਰਦ ਕੈਂਡੀਡੇਟ 1957 ਤੋਂ 2017 ਦੀਆਂ ਚੋਣਾਂ ਤੱਕ 12,670 ਦੇ ਲਗਭਗ ਚੋਣ ਮੈਦਾਨ ਦੇ ਵਿੱਚ ਉਤਰਦੇ ਔਰ ਉਹਦੇ ਵਿੱਚੋਂ 1665 ਨੰਬਰ ਤੱਕ ਐਮਐਲਏ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਨੇ। ਸੋ ਇਹ ਜਿਹੜਾ ਪਾੜਾ ਆ, ਇਹ ਦਿਖਾਉਂਦਾ ਹੈ ਕਿ ਮਰਦਾਂ ਦਾ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਜਾਣਾ, ਉਹਨਾਂ ਦਾ ਜਿਹੜਾ ਨੰਬਰ ਹੈ ਉਹ 19 ਗੁਣਾ ਜ਼ਿਆਦਾ ਹੈ ਔਰਤਾਂ ਦੇ ਨਾਲੋਂ। ਇਸ ਪਾੜੇ ਨੂੰ, ਇਸ ਡਾਟੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਔਰਤਾਂ ਦੇ ਵਿੱਚ ਜਾਂ ਤਾਂ ਔਰਤਾਂ ਅੱਗੇ ਨਹੀਂ ਆਉਣੀਆਂ ਚਾਹੁੰਦੀਆਂ ਲੀਡਰਸ਼ਿਪ ਦੇ ਵਿੱਚ, ਜਾਂ ਇਹ ਸਮਾਜ ਔਰਤਾਂ ਨੂੰ ਅੱਗੇ ਨਹੀਂ ਆਉਣ ਦਿੰਦਾ, ਜਾਂ ਇਹ ਪੋਲੀਟਿਕਸ ਔਰਤਾਂ ਨੂੰ ਐਕਸੈਪਟ ਨਹੀਂ ਕਰ ਪਾ ਰਹੀ। ਕੀ ਕਾਰਨ ਹੋ ਸਕਦੇ ਆ ਇਹਦੇ, ਉਹਨਾਂ ਤੇ ਹੀ ਫਰਦਰ ਲੱਭਣ ਦੇ ਲਈ ਇਹ ਵੀਡੀਓ ਸੀਰੀਜ਼ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ। 1952 ਦੇ ਵਿੱਚ ਪੰਜਾਬ 'ਚ ਪਹਿਲੀ ਵਾਰੀ ਚੋਣਾਂ ਹੁੰਦੀਆਂ ਨੇ, ਲੋਕਤੰਤਰਿਕ ਢੰਗ ਦੇ ਨਾਲ ਸਰਕਾਰ ਚੁਣੀ ਜਾਂਦੀ ਹੈ। ਉਹਦੇ ਵਿੱਚ 6 ਔਰਤਾਂ ਉਮੀਦਵਾਰ ਹੁੰਦੀਆਂ ਨੇ ਔਰ ਉਹਦੇ ਵਿੱਚੋਂ 3 ਔਰਤਾਂ ਜਿੱਤ ਕੇ ਐਮਐਲਏ ਬਣ ਕੇ ਵਿਧਾਨ ਸਭਾ ਤੱਕ ਪਹੁੰਚਦੀਆਂ ਨੇ। ਉਹ ਪੰਜਾਬ ਅਲੱਗ ਪੰਜਾਬ ਸੀ, ਉਹਦੇ ਵਿੱਚ ਹਰਿਆਣਾ ਵੀ ਸ਼ਾਮਿਲ ਸੀ, ਹਿਮਾਚਲ ਦਾ ਕੁਝ ਹਿੱਸਾ ਵੀ ਸ਼ਾਮਿਲ ਸੀ, ਪਲੱਸ ਪੈਪਸੂ ਜਿਹੜਾ ਸੀ ਉਹ ਇੱਕ ਅਲੱਗ ਉਹਦੀ ਸਰਕਾਰ ਹੁੰਦੀ ਸੀ। ਉਹ ਵੀ ਇੱਕ ਪੰਜਾਬ ਦਾ ਹਿੱਸਾ ਸੀ ਬਟ ਉਹ ਅਲੱਗ ਸਰਕਾਰ ਹੁੰਦੀ ਸੀ ਉਹਦੀ। ਸੋ 1952 ਦੇ ਵਿੱਚ 3 ਔਰਤਾਂ ਜਿੱਤਦੀਆਂ ਨੇ। ਮੈਂ 2 ਚਾਰਟ ਸਕਰੀਨ ਦੇ ਉੱਤੇ ਤੁਹਾਡੇ ਲਈ ਰੱਖਾਂਗੀ ਤਾਂ ਕਿ ਆਪਾਂ ਉਹਦੇ 'ਚੋਂ ਦੇਖ ਸਕੀਏ। ਇੱਕ ਚਾਰਟ ਦੇ ਉੱਪਰ ਲਿਖਿਆ ਹੋਇਆ ਹੈ ਕਿ ਕਿੰਨੀਆਂ ਜਿੱਤ ਕੇ ਐਮਐਲਏ ਬਣੀਆਂ ਵੌਨ, ਔਰ ਇੱਕ ਚਾਰਟ ਦੇ ਉੱਪਰ ਲਿਖਿਆ ਕਿੰਨੀਆਂ ਨੇ ਚੋਣ ਮੈਦਾਨ 'ਚ ਉਤਰ ਕੇ ਇਹਦੇ ਵਿੱਚ ਹਿੱਸਾ ਲਿਆ, ਆਪਣੇ ਆਪ ਨੂੰ ਉਮੀਦਵਾਰ ਘੋਸ਼ਿਤ ਕੀਤਾ। ਸੋ ਇਹ ਦੋਨੋਂ ਚੀਜ਼ਾਂ ਤੇ ਹੀ ਧਿਆਨ ਦੇਣਾ ਆਪਣੇ ਲਈ ਜ਼ਰੂਰੀ ਹੈ ਕਿਉਂਕਿ 1952 'ਚ ਮੈਂ ਦੱਸ ਚੁੱਕੀ ਹਾਂ 3 ਔਰਤਾਂ ਜਿੱਤਦੀਆਂ ਨੇ। 1957 ਦੀਆਂ ਚੋਣਾਂ ਦੇ ਵਿੱਚ 9 ਔਰਤਾਂ ਜਿੱਤਦੀਆਂ ਨੇ। ਇੱਥੇ ਆ ਕੇ ਉਮੀਦਵਾਰਾਂ ਦਾ ਨੰਬਰ ਪਹਿਲਾਂ ਨਾਲੋਂ ਵੱਧ ਜਾਂਦਾ ਹੈ। ਪਹਿਲਾਂ 6 ਉਮੀਦਵਾਰ ਸੀ, ਇੱਥੇ ਆ ਕੇ 19 ਔਰਤਾਂ ਉਮੀਦਵਾਰ ਹੋ ਜਾਂਦੀਆਂ। 1952 ਤੋਂ ਲੈ ਕੇ 1980 ਤੱਕ ਆਪਾਂ ਦੇਖ ਸਕਦੇ ਹਾਂ ਕਿ ਜਿਹੜੀਆਂ ਔਰਤਾਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੀਆਂ ਵੀ, ਉਹਨਾਂ ਦਾ ਨੰਬਰ ਕੋਈ ਜ਼ਿਆਦਾ ਨਹੀਂ ਸੀ। ਉਹ ਜਾਂ 6 ਹੁੰਦੀਆਂ ਸੀ ਜਾਂ 7 ਹੁੰਦੀਆਂ ਸੀ ਜਾਂ ਇਸ ਤੋਂ ਘੱਟ ਨੰਬਰ ਹੁੰਦਾ ਸੀ। ਔਰ ਜਿਹੜੀਆਂ ਔਰਤਾਂ ਚੋਣ ਮੈਦਾਨ ਦੇ ਵਿੱਚ ਉਤਰੀਆਂ ਸੀ, ਉਹਨਾਂ ਦਾ ਵੀ ਨੰਬਰ ਕੋਈ ਜ਼ਿਆਦਾ ਨਹੀਂ ਸੀ। ਉਹ ਵੀ ਮੈਕਸੀਮਮ 19 ਔਰਤਾਂ ਹੀ ਚੋਣ ਮੈਦਾਨ 'ਚ ਉਤਰੀਆਂ ਸੀ ਇੱਕ ਇਲੈਕਸ਼ਨ ਦੇ ਵਿੱਚ। ਪਰ ਜ਼ਿਆਦਾਤਰ ਔਰਤਾਂ ਸਿਰਫ 10, 12, 18 ਇੰਨੀਆਂ ਕੀ ਔਰਤਾਂ ਚੋਣ ਮੈਦਾਨ ਦੇ ਵਿੱਚ ਚੋਣਾਂ ਕੰਟੈਸਟ ਕਰਨ ਦੇ ਲਈ ਆਪਣੀ ਦਾਅਵੇਦਾਰੀ ਐਮਐਲਏ ਬਣਨ ਦੀ ਪੇਸ਼ ਕਰਦੀਆਂ ਸੀ। ਪਰ ਇੱਕ ਸ਼ਿਫਟ ਆਉਂਦਾ ਹੈ 1980 ਤੋਂ ਬਾਅਦ 1985 ਦੀਆਂ ਚੋਣਾਂ ਦੇ ਵਿੱਚ। 1985 ਦੀਆਂ ਚੋਣਾਂ ਦੇ ਵਿੱਚ ਔਰਤਾਂ ਦਾ ਨੰਬਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਪਾਈਕ ਅਪ ਹੁੰਦਾ ਹੈ। 33 ਔਰਤਾਂ ਜਿਹੜੀਆਂ ਉਹ ਆਪਣੀ ਉਮੀਦਵਾਰੀ ਪੇਸ਼ ਕਰਦੀਆਂ ਨੇ ਐਮਐਲਏ ਬਣਨ ਦੇ ਲਈ। 33 ਔਰਤਾਂ ਜੋ 1952 ਤੋਂ ਲੈ ਕੇ 85 ਦੀਆਂ ਚੋਣਾਂ 'ਚ ਬਹੁਤ ਵੱਡਾ ਜੰਪ ਇੱਕ ਵਾਰੀ ਆਇਆ। ਕਿੰਨੀਆਂ ਔਰਤਾਂ ਜਿੱਤੀਆਂ ਦੈਟਸ ਅ ਡਿਫਰੈਂਟ ਸਿਨੈਰੀਓ, ਬਟ ਔਰਤਾਂ ਨੇ ਆਪਣੀ ਨਾਮਜ਼ਦਗੀਆਂ ਭਰੀਆਂ, ਆਪਣੇ ਆਪ ਨੂੰ ਅੱਗੇ ਲੈ ਕੇ ਆਈਆਂ ਲੀਡਰਸ਼ਿਪ ਦੇ ਵਿੱਚ। ਇਹ ਨੰਬਰ ਵਧਿਆ। ਹੁਣ ਇਹ ਨੰਬਰ ਵਧਣ ਦੇ ਪਿੱਛੇ ਦਾ ਕਾਰਨ ਕੀ ਹੋ ਸਕਦਾ? ਇਹ ਵੀ ਹੋ ਸਕਦਾ ਕਿ 1980 ਦੇ ਕਹਿ ਲਈਏ ਆਪਾਂ ਕਿ ਪ੍ਰੀ 84 ਐਂਡ 84 ਦਾ ਦੌਰ, ਉਹਦੇ ਨਾਲ ਇੱਕ ਮੂਵਮੈਂਟਸ ਪੰਜਾਬ 'ਚ ਚੱਲ ਰਹੀਆਂ ਸੀ। ਕਈ ਤਰ੍ਹਾਂ ਦੀਆਂ ਮੂਵਮੈਂਟਸ, ਕਈ ਤਰ੍ਹਾਂ ਦੇ ਹੋਰ ਬਹੁਤ ਫੈਕਟਰ ਸੀ ਜਿਹੜੇ ਸਮਾਜਿਕ ਲੈਵਲ 'ਤੇ, ਜਿਹਦੇ ਨਾਲ ਉਸ ਸੰਘਰਸ਼ ਦੀਆਂ ਲਹਿਰਾਂ ਦੇ ਨਾਲ ਜਿਹੜਾ ਓਪਰੈਸਡ ਸੈਕਸ਼ਨ ਸੀ ਸਮਾਜ ਦਾ,
ਉਹਨਾਂ ਨੂੰ ਹਮੇਸ਼ਾ ਹੀ ਹੌਸਲਾ ਮਿਲਦਾ। ਇਸੇ ਕਰਕੇ ਹੋ ਸਕਦਾ ਕਿ ਔਰਤਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਜਾਂ ਉਹਨਾਂ ਦੇ ਵਿੱਚ ਆਪਣੀ ਇੱਕ ਸ਼ਕਤੀ ਉਤਪੰਨ ਹੋਈ ਹੋਵੇ ਕਿ ਅਸੀਂ ਵੀ ਰੈਪਰੈਜ਼ੈਂਟੇਸ਼ਨ ਅੱਗੇ ਜਾ ਕੇ ਦੇਣੀ ਹੈ ਜਾਂ ਅਸੀਂ ਵੀ ਸਰਕਾਰ ਚਲਾ ਸਕਦੀਆਂ। ਸੋ 1985 ਦੇ ਵਿੱਚ ਔਰਤਾਂ ਦੀ ਕੈਂਡੀਡੇਚਰ ਕਿ ਉਹ ਆਪਣੇ ਆਪ ਨੂੰ ਉਮੀਦਵਾਰ ਘੋਸ਼ਿਤ ਕਰਦੀਆਂ ਨੇ, ਉਹ ਨੰਬਰ 33 ਤੱਕ ਪਹੁੰਚਦਾ ਹੈ, ਜੋ ਪਹਿਲਾਂ ਇਸ ਤੋਂ ਕਦੀ 16 ਸੀ, 17 ਸੀ ਜਾਂ ਮੈਕਸਿਮਮ 19 ਰਿਹਾ ਹੁੰਦਾ। 1985 ਦੀਆਂ ਚੋਣਾਂ ਦੇ ਵਿੱਚ 33 ਉਮੀਦਵਾਰ ਔਰਤਾਂ ਸੀਗੀਆਂ, ਪਰ ਉਹਨਾਂ 'ਚੋਂ ਸਿਰਫ ਔਰ ਸਿਰਫ 4 ਹੀ ਜਿੱਤ ਕੇ ਅੱਗੇ ਵਿਧਾਨ ਸਭਾ ਦੇ ਵਿੱਚ MLA ਬਣਦੀਆਂ ਨੇ। ਉਸ ਤੋਂ ਬਾਅਦ 92 ਦੀਆਂ ਚੋਣਾਂ ਆਉਂਦੀਆਂ ਨੇ। 1992 ਦੀਆਂ ਚੋਣਾਂ ਦੇ ਵਿੱਚ ਕਾਫੀ ਪਾਰਟੀਆਂ ਵੱਲੋਂ ਬਾਈਕਾਟ ਕੀਤਾ ਗਿਆ ਸੀ ਚੋਣਾਂ ਦਾ, ਇਸ ਕਰਕੇ ਵੀ ਸ਼ਾਇਦ ਔਰਤਾਂ ਦੀ ਸ਼ਮੂਲੀਅਤ ਰਾਜਨੀਤੀ ਦੇ ਵਿੱਚ ਉਹਨਾਂ ਦਾ MLA ਉਮੀਦਵਾਰੀ ਨੂੰ ਭਰਨਾ ਨੰਬਰ ਫਿਰ ਦੁਬਾਰਾ ਘਟ ਗਿਆ, 29 ਨੰਬਰ ਤੇ ਰਹਿ ਗਈਆਂ ਸੀ, ਬਟ ਉਹਦੇ ਵਿੱਚੋਂ ਵੀ ਫਿਰ 6 ਔਰਤਾਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ MLA ਪਹੁੰਚਦੀਆਂ ਨੇ। ਔਰ ਉਸ ਤੋਂ ਬਾਅਦ ਰੈਗੂਲਰਲੀ ਹੁਣ ਤੱਕ ਔਰਤਾਂ ਦੀ ਰਾਜਨੀਤੀ ਦੇ ਵਿੱਚ ਨੰਬਰ, MLAਸ਼ਿਪ ਦੀ ਦਾਅਵੇਦਾਰੀ ਦਾ ਨੰਬਰ ਵੱਧਦਾ ਜਾ ਰਿਹਾ ਹੈ ਕੰਟੀਨਿਊਅਸਲੀ। ਹੁਣ ਆਪਾਂ 93 ਤੇ ਪਹੁੰਚ ਚੁੱਕੇ ਹਾਂ, ਚਾਹੇ ਹਜੇ ਵੀ ਇਹ ਬਹੁਤ ਵੱਡਾ ਪਾੜਾ ਹੈ। 1997 ਦੀਆਂ ਚੋਣਾਂ ਦੇ ਵਿੱਚ 59 ਔਰਤਾਂ ਚੋਣ ਮੈਦਾਨ 'ਚ ਉਤਰਦੀਆਂ ਨੇ ਔਰ ਉਹਦੇ ਵਿੱਚੋਂ 7 ਔਰਤਾਂ ਜਿੱਤ ਕੇ MLA ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਦੀਆਂ ਨੇ। ਉਸ ਤੋਂ ਬਾਅਦ ਆਉਂਦੇ ਆ ਇਲੈਕਸ਼ਨ 2002 ਦੇ। 2002 ਦੇ ਵਿੱਚ ਔਰਤਾਂ ਦੀ ਰਾਜਨੀਤਿਕ ਸ਼ਮੂਲੀਅਤ ਕਾਫੀ ਨੰਬਰ ਅੱਗੇ ਨਾਲੋਂ ਕੰਪੈਰੀਟਿਵਲੀ ਵੱਧਦਾ ਹੈ। 81 ਔਰਤਾਂ ਆਪਣੀ MLA ਬਣਨ ਦੀ ਦਾਅਵੇਦਾਰੀ ਨੂੰ ਲੋਕਾਂ ਅੱਗੇ ਪੇਸ਼ ਕਰਦੀਆਂ ਨੇ, ਆਪਣੇ ਨਾਮਜ਼ਦਗੀ ਪੱਤਰ ਭਰਦੀਆਂ ਨੇ ਔਰ ਉਹਦੇ ਵਿੱਚੋਂ ਜਿੱਤ ਕੇ ਸਿਰਫ ਔਰ ਸਿਰਫ 8 ਔਰਤਾਂ ਹੀ ਵਿਧਾਨ ਸਭਾ ਦੇ ਵਿੱਚ MLA ਪਹੁੰਚਦੀਆਂ ਨੇ। 2007 ਦੀਆਂ ਚੋਣਾਂ ਦੇ ਵਿੱਚ ਸਿਰਫ 53 ਔਰਤਾਂ ਹੀ ਆਪਣੀ ਨਾਮਜ਼ਦਗੀ ਦਾਖਲ ਕਰਦੀਆਂ ਨੇ, MLA ਬਣਨ ਦੇ ਲਈ ਚੋਣ ਮੈਦਾਨ 'ਚ ਉਤਰਦੀਆਂ ਨੇ। ਇਹ ਨੰਬਰ ਦੁਬਾਰਾ ਫਿਰ ਘਟ ਗਿਆ ਪਿਛਲੇ ਸਾਲਾਂ ਦੇ ਨਾਲੋਂ ਔਰ ਉਹਨਾਂ ਦੇ ਵਿੱਚੋਂ 7 ਚੁਣ ਕੇ MLA ਬਣ ਕੇ ਪੰਜਾਬ ਦੀ ਵਿਧਾਨ ਸਭਾ 'ਚ ਆਉਂਦੀਆਂ ਨੇ। ਪਰ ਇਹ ਨੰਬਰ ਇੱਕ ਵੱਡੇ ਲੈਵਲ ਤੇ ਪਹੁੰਚਦਾ 2012 ਦੀਆਂ ਚੋਣਾਂ ਦੇ ਵਿੱਚ। 2012 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਦਾ ਰੈਕਰਡ ਹੈ ਸਭ ਤੋਂ ਵੱਧ ਨੰਬਰ ਔਰਤਾਂ ਦਾ MLA ਔਰਤ MLAਆਂ ਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਹਾ। 14 ਫੀਮੇਲ MLA ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੀ। ਇੱਕ ਨਵੀਂ ਪਾਰਟੀ ਪੰਜਾਬ ਦੇ ਵਿੱਚ ਐਂਟਰ ਹੋ ਚੁੱਕੀ ਸੀ 2012 ਦੇ ਵਿੱਚ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਇੱਕ ਤੀਸਰੀ ਬਹੁਤ ਮਜ਼ਬੂਤ ਧਿਰ ਬਣ ਕੇ ਉਸ ਟਾਈਮ ਉੱਭਰੀ ਸੀ ਔਰ ਉਹਦੇ ਵਿੱਚ ਉਹ ਕਾਫੀ ਹੱਦ ਤੱਕ ਸੀਟਾਂ ਲੈ ਵੀ ਗਏ ਸੀ ਔਰ ਪੰਜਾਬ ਦੀ ਇੱਕ ਰਵਾਇਤੀ ਪਾਰਟੀ ਨੂੰ ਪਿੱਛੇ ਛੱਡ ਗਿਆ ਸੀ। ਸੋ ਆਮ ਆਦਮੀ ਪਾਰਟੀ ਵੀ ਇੱਕ ਲਹਿਰ 'ਚੋਂ ਉੱਭਰੀ ਹੋਈ ਪਾਰਟੀ ਹੈ। ਸੋ ਉਸ ਲਹਿਰ 'ਚੋਂ ਉੱਭਰੀ ਹੋਈ ਪਾਰਟੀ ਨੇ ਇੱਕ ਔਰਤਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਇਹਦੇ 'ਚ ਆਪਾਂ ਨੂੰ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਇੱਕ ਓਪਰੈਸਡ ਸੈਕਸ਼ਨ ਹੈ ਸਮਾਜ ਦਾ, ਇੱਕ ਦੱਬਿਆ ਹੋਇਆ ਸੈਕਸ਼ਨ ਹੈ, ਉਹਨਾਂ ਨੂੰ ਉੱਪਰ ਉੱਠਣ ਦੇ ਵਿੱਚ ਨੰਬਰ ਜਿਹੜਾ ਆ ਵਧਿਆ, ਉਹਨਾਂ ਦੇ MLAਸ਼ਿਪ ਵਧੀ, ਉਹਨਾਂ ਨੂੰ ਉੱਪਰ ਉੱਠਣ ਦੇ ਵਿੱਚ ਇੱਕ ਲਹਿਰ ਨੇ ਸਪੋਰਟ ਕੀਤਾ। ਸੋ ਆਮ ਆਦਮੀ ਪਾਰਟੀ ਵੱਲੋਂ ਵੀ ਬਹੁਤ ਔਰਤਾਂ ਉਸ ਟਾਈਮ, ਕਾਫੀ ਔਰਤਾਂ ਕੰਪੈਰੀਟਿਵਲੀ ਪਹਿਲੀ ਵਾਰ ਇਲੈਕਸ਼ਨਾਂ ਦੇ ਵਿੱਚ ਖੜੀਆਂ ਹੋਈਆਂ ਸੀ ਔਰ ਉਹ ਜਿੱਤ ਕੇ MLA ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਦੀਆਂ ਨੇ। 14 MLA 2012 ਦੇ ਵਿੱਚ ਪੰਜਾਬ ਦੇ ਕੋਲ ਸਭ ਤੋਂ ਵੱਡਾ ਨੰਬਰ ਸੀ ਔਰਤ MLAਆਂ ਦਾ। 93 ਔਰਤਾਂ ਨੇ ਕੰਟੈਸਟ ਕੀਤੇ ਸੀ 2012 ਦੇ ਚੋਣ। ਸੋ ਇਹ ਵੀ ਨੰਬਰ ਕਿ ਕਿੰਨੀਆਂ ਔਰਤਾਂ ਚੋਣ ਮੈਦਾਨ 'ਚ ਉਤਰੀਆਂ, ਇਹ ਵੀ ਨੰਬਰ ਬਹੁਤ ਵਧਿਆ। ਉਸ ਤੋਂ ਪਹਿਲਾਂ ਇਹ ਨੰਬਰ ਸਿਰਫ 80-83 ਦੇ ਅਰਾਊਂਡ ਸੀ, ਉਸ ਤੋਂ ਪਹਿਲਾਂ ਇਸ ਤੋਂ ਵੀ ਘੱਟ ਸੀ, ਬਟ ਇਹ ਵੀ ਨੰਬਰ 2012 ਦੇ ਵਿੱਚ ਬਹੁਤ ਵਧਿਆ ਕਿ ਔਰਤਾਂ ਚੋਣ ਮੈਦਾਨ ਦੇ ਵਿੱਚ ਨਿਕਲ ਕੇ ਬਾਹਰ ਆਈਆਂ। 2017 ਦੀਆਂ ਚੋਣਾਂ ਦੇ ਵਿੱਚ ਇਹ ਨੰਬਰ ਫਿਰ ਗਿਰ ਜਾਂਦਾ ਹੈ। ਕਿੱਥੇ 2012 'ਚ 14 ਔਰਤਾਂ ਜਿੱਤ ਕੇ ਵਿਧਾਨ ਸਭਾ 'ਚ ਪਹੁੰਚਦੀਆਂ ਨੇ ਔਰ 2017 ਦੇ ਵਿੱਚ ਇਹ ਨੰਬਰ ਦੁਬਾਰਾ ਫਿਰ 6 ਤੇ ਆ ਜਾਂਦਾ ਸੀ। 6 MLA ਔਰਤ ਚੁਣ ਕੇ ਵਿਧਾਨ ਸਭਾ 'ਚ ਪਹੁੰਚਦੀਆਂ ਨੇ ਔਰ ਨਾਲ ਹੀ ਕਿੰਨੀਆਂ ਔਰਤਾਂ ਨੇ ਚੋਣ ਮੈਦਾਨ 'ਚ ਉਤਰ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ, ਉਹ ਵੀ ਨੰਬਰ ਘਟ ਜਾਂਦਾ 2017 ਦੇ ਵਿੱਚ ਸਿਰਫ ਔਰ ਸਿਰਫ 83 ਰਹਿ ਜਾਂਦਾ, ਕਿੱਥੇ 2012 ਦੇ ਮੁਕਾਬਲੇ 93 ਔਰਤਾਂ ਸੀ। ਅੱਜ 2022 ਦੀਆਂ ਚੋਣਾਂ ਦੇ ਵਿੱਚ 93 ਔਰਤ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ, ਵੱਡੀਆਂ ਪਾਰਟੀਆਂ ਤੋਂ, ਛੋਟੀਆਂ ਪਾਰਟੀਆਂ ਤੋਂ ਐਂਡ ਇੰਡੀਪੈਂਡੈਂਟ ਤੌਰ ਤੇ ਵੀ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ 1957 ਤੋਂ 2017 ਦੇ ਵਿੱਚ ਅਗਰ ਆਪਾਂ ਕੰਪੈਰੀਜ਼ਨ ਕਰੀਏ ਕਿ ਕਿੰਨੀਆਂ ਔਰਤ ਉਮੀਦਵਾਰ ਸੀ ਔਰ ਕਿੰਨੇ ਮਰਦ ਉਮੀਦਵਾਰ ਸੀ ਜੋ ਚੁਣਾਵੀ ਮੈਦਾਨ ਦੇ ਵਿੱਚ ਉਤਰੇ, ਤਾਂ ਔਰਤਾਂ ਦਾ ਨੰਬਰ ਸੀ ਸਿਰਫ 513 ਤੇ ਮਰਦਾਂ ਦਾ ਮੇਲ ਜਿਹੜੇ ਕੈਂਡੀਡੇਟ ਸੀ ਜਿਹੜੇ ਆਪਣੇ ਆਪ ਦੀ ਉਮੀਦਵਾਰੀ ਭਰਦੇ ਉਹਨਾਂ ਦਾ ਨੰਬਰ ਸੀ 12670। ਸੋ ਬਹੁਤ ਵੱਡਾ ਪਾੜਾ ਹੈ। ਔਰਤਾਂ ਦਾ ਨੰਬਰ ਪ੍ਰੈਕਟੀਕਲੀ ਅਗਰ ਆਪਾਂ ਦੇਖੀਏ ਡੈਮੋਗ੍ਰਾਫਿਕਲੀ ਤਾਂ ਉਹ ਆਲਮੋਸਟ ਸੇਮ ਜਨਸੰਖਿਆ ਹੈ, ਥੋੜਾ ਜਿਹਾ ਘੱਟ ਹੈ, 45-46% ਔਰਤਾਂ ਨੇ ਔਰ 52-53% 4% ਮਰਦਾਂ ਦਾ ਨੰਬਰ ਹੈ। ਸੋ ਇਹ ਜਿਹੜਾ ਗੈਪ ਹੈ, ਇੱਕ ਪਾਸੇ 513 ਔਰ ਇੱਕ ਪਾਸੇ 12670।
ਉਸ ਤੋਂ ਅਗਲਾ ਕੰਪੈਰੀਜ਼ਨ ਆਪਾਂ ਇਹ ਕਰਦੇ ਹਾਂ ਵੀ ਕਿੰਨੀਆਂ ਔਰਤਾਂ ਅੱਜ ਤੱਕ ਐਮਐਲਏ ਬਣੀਆਂ ਔਰ ਕਿੰਨੇ ਮੇਲ ਕੈਂਡੀਡੇਟ ਅੱਜ ਤੱਕ ਐਮਐਲਏ ਬਣੇ। ਔਰਤਾਂ ਦਾ ਨੰਬਰ ਹੈ 89, ਮਤਲਬ ਕਿ 90 ਤੋਂ ਇੱਕ ਘੱਟ 89 ਔਰਤਾਂ ਐਮਐਲਏ ਬਣਦੀਆਂ ਨੇ। ਔਰ ਜਿਹੜੇ ਮਰਦ ਕੈਂਡੀਡੇਟ ਆ ਉਹ ਕਿੰਨੇ ਐਮਐਲਏ ਬਣਦੇ ਨੇ? 1665। ਸੋ ਇੱਕ ਤਰ੍ਹਾਂ ਦੇ ਨਾਲ 19 ਗੁਣਾ ਨੰਬਰ ਮਰਦਾਂ ਦਾ ਰਾਜਨੀਤੀ ਦੇ ਵਿੱਚ ਜ਼ਿਆਦਾ ਹੈ ਔਰਤਾਂ ਦੇ ਕੰਪੈਰੀਟਿਵਲੀ। 1966 ਦੀ ਵੰਡ ਤੋਂ ਬਾਅਦ ਵਾਲਾ ਜਿਹੜਾ ਪੰਜਾਬ ਬਣਿਆ, ਅਗਰ ਆਪਾਂ ਉਹਦੇ ਵਿੱਚ ਵੀ ਔਰਤਾਂ ਔਰ ਮਰਦਾਂ ਦਾ ਨੰਬਰ ਐਮਐਲਏ ਵਿਧਾਨ ਸਭਾ ਦੇ ਵਿੱਚ ਕੰਪੈਰੀਜ਼ਨ ਕਰੀਏ ਤਾਂ ਉਹਦੇ ਵਿੱਚ ਵੀ 34 ਗੁਣਾ ਦਾ ਪਾੜਾ ਹੈ। ਅੱਜ ਤੱਕ 1966 ਤੋਂ ਲੈ ਕੇ ਹੁਣ ਤੱਕ ਸਿਰਫ 39 ਔਰਤਾਂ ਹੀ ਜਿੱਤ ਕੇ ਐਮਐਲਏ ਬਣੀਆਂ ਨੇ। ਦੂਸਰੇ ਪਾਸੇ ਜੋ ਮਰਦ ਕੈਂਡੀਡੇਟ ਆ ਉਹ 1326 ਐਮਐਲਏ ਮੈਨ ਆਪਣੀ ਵਿਧਾਨ ਸਭਾ ਦੇ ਵਿੱਚ ਜਾ ਚੁੱਕੇ ਨੇ। ਸੋ ਮਰਦਾਂ ਦਾ ਨੰਬਰ 34 ਗੁਣਾ ਜ਼ਿਆਦਾ ਹੈ ਔਰਤਾਂ ਦੇ ਨਾਲ। ਇਹ 34 ਗੁਣਾ ਜ਼ਿਆਦਾ ਨੰਬਰ ਕਿਉਂ ਹੈ? ਔਰਤਾਂ ਪਿੱਛੇ ਕਿਉਂ ਰਹਿ ਗਈਆਂ? ਕਿੱਥੇ ਕਮੀ ਹੈ? ਕਮੀ ਇਹਦਾ ਜਵਾਬ ਮੇਰੇ ਕੋਲ ਨਹੀਂ ਹੈ। ਇਹੀ ਜਵਾਬ ਲੱਭਣ ਦੇ ਲਈ ਇਹ ਵੀਡੀਓ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਇਹਦੇ 'ਚ ਜਵਾਬ ਇਹ ਵੀ ਹੋ ਸਕਦਾ ਹੈ ਕਿ ਸਮਾਜ ਔਰਤਾਂ ਨੂੰ ਅੱਗੇ ਨਾ ਆਉਣ ਦਿੰਦਾ ਹੋਵੇ। ਇਹ ਹੋ ਸਕਦਾ ਹੈ ਕੋਈ ਸਮਾਜ ਦੇ ਸਟਰਕਚਰ ਦੀ ਪ੍ਰੋਬਲਮ ਹੋਵੇ ਜਾਂ ਪੋਲੀਟੀਕਲ ਸਿਸਟਮ ਦੇ ਵਿੱਚ ਕੋਈ ਢਾਂਚਾਗਤ ਸਮੱਸਿਆ ਹੋਵੇ। ਹੋ ਸਕਦਾ ਹੈ ਕਿ ਜਿਹੜੇ ਪਰਿਵਾਰ ਆ ਉਹ ਔਰਤਾਂ ਨੂੰ ਰਾਜਨੀਤੀ 'ਚ ਨਾ ਨਿਕਲਣ ਦਿੰਦੇ ਹੋਣ। ਹੋ ਸਕਦਾ ਹੈ ਕਿ ਜਿਹੜੇ ਆਲਰੇਡੀ ਜਿਹੜੀ ਆਪਣੀ ਰਾਜਨੀਤੀ ਉਹ ਇੱਕ ਮਰਦ ਪ੍ਰਧਾਨ ਰਾਜਨੀਤੀ ਹੈ, ਕਿਉਂਕਿ ਆਪਾਂ ਦੇਖ ਚੁੱਕੇ ਹਾਂ 34 ਗੁਣਾ ਨੰਬਰ ਵੱਧ ਐਮਐਲਏਜ਼ ਦਾ ਆ ਔਰਤਾਂ ਦੇ ਕੰਪੈਰੀਟਿਵਲੀ ਮੇਲ ਐਮਐਲਏਜ਼ ਦਾ। ਸੋ ਹੋ ਸਕਦਾ ਕਿ ਉਹ ਪੋਲੀਟੀਕਲ ਮੈਨ ਰੈਡੀ ਟੂ ਐਕਸੈਪਟ ਨਾ ਹੋਣ ਕਿ ਔਰਤ ਅੱਗੇ ਆਵੇ। ਮੈਂ ਇਹੀ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਇਹ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਕਿ ਇਹਦੇ ਪਿੱਛੇ ਕੀ ਕਾਰਨ ਹੈ। ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਔਰਤਾਂ ਆਪਣੇ ਆਪ ਨੂੰ ਲੀਡਰਸ਼ਿਪ ਰੋਲ ਦੇ ਲਈ ਵਧੀਆ ਨਾ ਸਮਝਦੀਆਂ ਹੋਣ। ਇਹ ਵੀ ਹੋ ਸਕਦਾ ਕਿ ਔਰਤਾਂ ਦੇ ਕੋਲ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਹੁੰਦੀ। ਇਹ ਆਪਾਂ ਜਾਣਦੇ ਹਾਂ ਮੋਸਟ ਆਫ ਔਰਤਾਂ ਦੇ ਕੋਲ। ਸੋ ਜਿਹੜੀਆਂ ਅੱਜ ਦੀਆਂ ਪਾਰਟੀਆਂ ਉਹ ਸਿਰਫ ਵਿਨੇਬਿਲਿਟੀ ਦੇਖਦੀਆਂ, ਉਹ ਦੇਖਦੀਆਂ ਵੀ ਕਿਹੜਾ ਉਮੀਦਵਾਰ ਜਿੱਤ ਸਕਦਾ। ਕਿਰਦਾਰ ਉਹਨਾਂ ਨੂੰ ਮੈਟਰ ਨਹੀਂ ਕਰਦਾ, ਕੰਮ ਕਰਨ ਦੀ ਸ਼ਮਤਾ, ਹਾਰਡ ਵਰਕ, ਉਹਨਾਂ ਦੀ ਸੋਚ, ਆਈਡੀਓਲੋਜੀ ਮੈਟਰ ਨਹੀਂ ਕਰਦੀ। ਹੋ ਸਕਦਾ ਇਸ ਵਿਨੇਬਿਲਿਟੀ ਦੇ ਕ੍ਰਾਈਟੇਰੀਆ ਦੇ ਵਿੱਚ ਔਰਤਾਂ ਕਿਤੇ ਪਿੱਛੇ ਛੁੱਟ ਰਹੀਆਂ ਹੋਣ, ਕਿਉਂਕਿ ਜਿਹੜਾ ਔਰਤਾਂ ਦਾ ਨੰਬਰ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ 84 ਤੋਂ ਬਾਅਦ ਵੱਧਦਾ ਇੱਕ ਵਾਰੀ। ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਆਉਂਦੀ ਉਦੋਂ ਵੱਧਦਾ, ਉਸ ਤੋਂ ਬਾਅਦ ਫਿਰ ਦੁਬਾਰਾ ਘਟ ਜਾਂਦਾ। ਹੁਣ ਕਿਸਾਨ ਸੰਘਰਸ਼ ਹੋਇਆ, ਕਿਸਾਨ ਸੰਘਰਸ਼ ਇੱਕ ਕਿਸਾਨ ਅੰਦੋਲਨ ਬਹੁਤ ਵੱਡਾ ਸੰਘਰਸ਼ ਸੀ ਔਰ ਔਰਤਾਂ ਦੀ ਸ਼ਮੂਲੀਅਤ ਇਹਦੇ ਵਿੱਚ ਬਹੁਤ ਜ਼ਿਆਦਾ ਸੀ। ਪਰ ਬਾਵਜੂਦ ਇਸ ਦੇ ਵੀ ਔਰਤਾਂ ਦੀ ਪਾਰਟਿਸਿਪੇਸ਼ਨ ਹਜੇ ਵੀ 93 ਹੀ ਔਰਤਾਂ ਚੋਣ ਮੈਦਾਨ ਦੇ ਵਿੱਚ 2022 ਦੀਆਂ ਇਲੈਕਸ਼ਨਾਂ ਲਈ ਉਤਰੀਆਂ ਹੈ। ਔਰ ਕੀ ਨਤੀਜੇ ਆਉਣਗੇ ਉਹਦਾ ਆਪਾਂ ਨੂੰ ਸਬਰ ਕਰਨਾ ਪਏਗਾ, ਫਿਰ ਉਹਦੇ 'ਤੇ ਅਲੱਗ ਵੀਡੀਓ ਲੈ ਕੇ ਆਵਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਐਂਡ ਪਲੀਜ਼ ਡੂ ਸ਼ੇਅਰ ਮਾਈ ਵੀਡੀਓਜ਼। ਥੈਂਕ ਯੂ।